ਜਹਾਂਗੀਰ ਬਾਦਸ਼ਾਹ ਦਾ ਦੀਵਾਨ ਜਿਹੜਾ ਸੀ ਪਾਪੀ ਚੰਦੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਨਾਲ ਵੈਰ ਕਮਾਉਂਦਿਆਂ ਹੋਇਆਂ ਇਸ ਨੇ ਜਹਾਂਗੀਰ ਦੇ ਬਹੁਤ ਸਾਰੇ ਕੰਨ ਭਰ ਦਿੱਤੇ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸੰਗਤ ਦਾ ਜੋ ਭੇਜਿਆ ਹੋਇਆ ਪੱਤਰ ਸੀ, ਕਿਉਂਕਿ ਇਸਨੇ ਹੰਕਾਰ ਨਾਲ ਕਿਹਾ ਸੀ ਕਿ ਤੁਸੀਂ ਚੁਬਾਰੇ ਦੀ ਇੱਟ ਮੋਰੀ ਨੂੰ ਲਾ ਦਿੱਤੀ ਹੈ। ਇਹ ਗੱਲ ਦਿੱਲੀ ਦੀ ਸਿੱਖ ਸੰਗਤ ਨੂੰ ਚੰਗੀ ਨਹੀਂ ਲੱਗੀ ਕਿ ਗੁਰੂ ਨਾਨਕ ਸਾਹਿਬ ਜੀ ਦੇ ਘਰ ਨੂੰ ਮੋਰੀ ਦੱਸਦਾ ਹੈ ਅਤੇ ਆਪਣੇ ਆਪ ਨੂੰ ਚੁਬਾਰਾ ਦੱਸਦਾ ਹੈ। ਬਾਦਸ਼ਾਹ ਦਾ ਦੀਵਾਨ ਹੋਣੇ ਕਰਕੇ ਸੰਗਤਾਂ ਦੇ ਮਨ ਵਿੱਚ ਰੋਸ ਸੀ। ਗੁਰੂ ਘਰ ਦੀ ਲਹਾਈ ਸੰਗਤਾਂ ਨੇ ਬਰਦਾਸ਼ਤ ਨਾ ਕੀਤੀ ਅਤੇ ਸਤਿਗੁਰੂ ਜੀ ਕੋਲ ਪੱਤਰ ਲਿਖਿਆ। ਮਹਾਰਾਜ ਨੂੰ ਜਦੋਂ ਪੱਤਰ ਮਿਲਦਾ ਹੈ, ਕਿਉਂਕਿ ਸਤਿਗੁਰਾਂ ਦਾ ਸ਼ਹੀਦੀ ਪੁਰਬ ਵੀ ਆਵੇਗਾ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤੇ ਸਮੇਂ ਸੰਗਤ ਦੀ ਆਈ ਹੋਈ ਬੇਨਤੀ ਨੂੰ ਉਸੇ ਵਕਤ ਪ੍ਰਵਾਨ ਕੀਤਾ। ਕਿਹਾ ਸੀ ਸੰਗਤ ਨੇ, ਮਹਾਰਾਜ ਇਹ ਹੰਕਾਰੀ ਹੈ, ਆਪਣੇ ਆਪ ਨੂੰ ਚੁਬਾਰਾ ਦੱਸਦਾ ਅਤੇ ਮਹਾਰਾਜ ਆਪ ਜੀ ਦੇ ਘਰ ਨੂੰ ਮੋਰੀ ਦੀ ਨਿਆਈ ਦੱਸਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਤੇ ਸਮੇਂ ਇਹਦਾ ਰਿਸ਼ਤਾ ਸੰਗਤ ਦੇ ਬੇਨਤੀ ਕਰਨ ਤੋਂ ਮਹਾਰਾਜ ਜੀ ਨੇ ਮੋੜ ਦਿੱਤਾ ਸੀ ਅਤੇ ਇਸ ਨੇ ਇਸ ਗੱਲ ਤੋਂ ਖਾਰ ਖਾ ਕੇ ਜਹਾਂਗੀਰ ਦੇ ਕੋਲ ਬਹੁਤ ਸਾਰੀਆਂ ਚੁਗਲੀਆਂ ਕੀਤੀਆਂ। ਜਿੰਨੇ ਦੀਵਾਨ ਚੰਦੂ ਨੇ ਵਜ਼ੀਰ ਸਨ ਉਹ ਸਾਰੇ ਖਰੀਦ ਲਏ ਸੀ। ਕਚਹਿਰੀ ਦੇ ਅੰਦਰ ਜਹਾਂਗੀਰ ਦੀ ਸਭਾ ਵਿੱਚ ਬੈਠਣ ਵਾਲੇ ਕੁਝ ਵਜ਼ੀਰ ਤਾਂ ਇੰਨੇ ਪੈਸੇ ਦੇ ਕਰਕੇ ਆਪਣੇ ਅਧੀਨ ਕਰ ਲਏ ਸੀ, ਕੁਛ ਨੂੰ ਆਪਣੇ ਅਹੁਦੇ ਦਾ ਪ੍ਰਭਾਵ ਦਿਖਾ ਕੇ ਆਪਣੇ ਅਧੀਨ ਕਰ ਲਿਆ ਸੀ। ਇਸ ਕਰਕੇ ਜਦੋਂ ਵੀ ਇਹ ਜੋ ਕੁਝ ਚਾਹੁੰਦਾ ਉਸੇ ਤਰ੍ਹਾਂ ਦੀ ਹੀ ਵਾਰਤਾ ਜਹਾਂਗੀਰ ਦੀ ਸਭਾ ਵਿੱਚ ਚੱਲਦੀ। ਇੱਕੋ ਇੱਕ ਵਜ਼ੀਰ ਖਾਂ ਸੀ ਜਿਹਦਾ ਸਤਿਗੁਰੂ ਜੀ ਦੇ ਦਰ ਘਰ ਦੇ ਉੱਪਰ ਬੜਾ ਅਕੀਦਾ ਸੀ। ਮਹਾਰਾਜ ਜੀ ਨੇ ਇਸ ਦਾ ਜਲੋਦਰ ਦਾ ਰੋਗ ਦੂਰ ਕੀਤਾ ਸੀ। ਰੋਜ਼ ਸੁਖਮਨੀ ਸਾਹਿਬ ਦਾ ਪਾਠ ਕਰਨ ਵਾਲਾ ਇਹ ਵਜ਼ੀਰ ਖਾਂ ਜਦੋਂ ਕਿਤੇ ਜਹਾਂਗੀਰ ਪੁੱਛਦਾ ਤੇ ਜ਼ਰੂਰ ਇਹ ਵਜ਼ੀਰ ਖਾਂ ਕਿਹਾ ਕਰਦਾ ਕਿ ਬਾਦਸ਼ਾਹ ਜਿਸ ਘਰ ਦੇ ਅੱਗੇ ਹੱਥ ਜੋੜਨੇ ਚਾਹੀਦੇ ਹੈ ਉੱਥੇ ਕਦੇ ਹੱਥ ਉਠਾਉਣਾ ਨਹੀਂ ਚਾਹੀਦਾ। ਗੁਰੂ ਨਾਨਕ ਸਾਹਿਬ ਦਾ ਘਰ ਸਦਾ ਬਖਸ਼ਿਸ਼ ਰਹਿਮਤ ਕਰਦਾ। ਜਿਹੜਾ ਇਸ ਘਰ ਨਾਲ ਮੱਥਾ ਲਾਉਂਦਾ ਉਹਦਾ ਸਰਵਨਾਸ਼ ਹੋ ਜਾਂਦਾ, ਉਹ ਕਦੇ ਸਲਾਮਤ ਨਹੀਂ ਰਹਿ ਸਕਦਾ, ਕਿਉਂਕਿ ਇਹ ਆਪ ਅੱਲਾ ਦਾ ਘਰ ਹੈ। ਇਉਂ ਜਹਾਂਗੀਰ ਟਲ ਵੀ ਜਾਂਦਾ, ਪਰ ਚੰਦੂ ਨੇ ਬਹੁਤ ਸਾਰੀਆਂ ਚੋਰੀਆਂ ਅਤੇ ਹੋਰ ਕਈ ਕਾਰਨਾਮੇ ਇਸ ਤਰ੍ਹਾਂ ਦੇ ਪੰਜਾਬ ਵਿੱਚ ਕਰਵਾਏ ਅਤੇ ਉਹਨਾਂ ਦੀਆਂ ਸਾਰੀਆਂ ਖਬਰਾਂ ਜਹਾਂਗੀਰ ਨੂੰ ਦੱਸ ਕੇ ਕਿ ਸਾਰੀਆਂ ਚੋਰੀਆਂ, ਠੱਗੀਆਂ, ਉਪਦਰਵ ਇਹ ਗੁਰੂ ਅਰਜਨ ਸਾਹਿਬ ਕਰਵਾਉਂਦੇ ਆ। ਜਹਾਂਗੀਰ ਨੂੰ ਗੁੱਸਾ ਆਪਣਾ ਸੀਗਾ, ਵਾਹਿਗੁਰੂ ਨੂੰ, ਚੰਦੂ ਨੂੰ, ਦੀਵਾਨ ਨੂੰ, ਅਤੇ ਜਹਾਂਗੀਰ ਦੇ ਕੋਲ ਗੁਰੂ ਸਾਹਿਬ ਦੀ ਬਾਬਤ ਕੰਨ ਭਰਦਾ ਰਹਿੰਦਾ ਸੀ। ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਾਣ ਲਿਆ, ਜਦੋਂ ਜਹਾਂਗੀਰ ਨੇ ਗੁਰੂ ਸਾਹਿਬ ਜੀ ਵਾਸਤੇ ਪਰਵਾਨਾ ਜਾਰੀ ਕੀਤਾ ਕਿ 2.5 ਲੱਖ ਰੁਪਈਆ ਸਾਡੇ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਇਆ ਜਾਵੇ। ਸੱਚੇ ਪਾਤਸ਼ਾਹ ਜੀ ਨੇ ਇਨਕਾਰ ਕਰ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਲਾਹੌਰ ਬੁਲਾਇਆ ਗਿਆ। ਜਦੋਂ ਸਤਿਗੁਰਾਂ ਜੀ ਨੇ ਲਾਹੌਰ ਜਾਣ ਦਾ ਮਹਾਰਾਜ ਜੀ ਨੇ ਤਿਆਰਾ ਕਰਨਾ ਹੈ, ਉਸ ਵਕਤ ਫਿਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਿਹੜਾ ਅੱਜ ਪੁਰਬ ਹੈ, ਕਿਉਂਕਿ ਸੱਚੇ ਪਾਤਸ਼ਾਹ ਮਹਾਰਾਜ
ਲਾਹੌਰ ਵੀ ਕੁਝ ਦਿਨ ਰਹੇ ਹੈ। ਫਿਰ 5 ਦਿਨ ਲਗਾਤਾਰ ਮਹਾਰਾਜ ਜੀ ਯਾਸਾ ਦੀਆਂ ਸਜ਼ਾਵਾਂ ਸਹਾਰਦੇ ਹੋਏ ਹਜ਼ੂਰ ਨੇ ਸ਼ਹਾਦਤ ਦਾ ਜਾਮ ਪੀਤਾ ਹੈ। ਸੱਚੇ ਪਾਤਸ਼ਾਹ ਜਦੋਂ ਅੰਮ੍ਰਿਤਸਰ ਸਾਹਿਬ ਤੋਂ ਮਹਾਰਾਜ ਜੀ ਨੇ ਲਾਹੌਰ ਦੇ ਚੱਲਣ ਦਾ ਤਿਆਰਾ ਕੀਤਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਗੁਰਿਆਈ ਬਖਸ਼ਣ ਲੱਗੇ। ਉਹ ਅੱਜ ਦਾ ਦਿਨ ਹੈ। ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਆਗਿਆ ਕੀਤੀ ਕਿ ਅਸੀਂ ਆਪਣੇ ਸਾਹਿਬਜ਼ਾਦੇ ਨੂੰ ਗੁਰਿਆਈ ਦੀ ਰਸਮ ਕਰਨੀ ਹੈ। ਇਹ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਵਿਸ਼ੇਸ਼ ਕਰਕੇ ਕਵਿਰਾਜ ਨੇ ਜ਼ਿਕਰ ਕੀਤਾ ਹੈ। ਮਹਾਰਾਜ ਜੀ ਨੇ ਇਹ ਰਸਮ ਉਸ ਵੇਲੇ ਭਾਵੇਂ ਗੁਪਤ ਤੌਰ 'ਤੇ ਕੀਤੀ ਸੀ। ਕੁਝ 94 ਸਿੱਖ ਹੀ ਮਹਾਰਾਜ ਸਾਹਿਬ ਜੀ ਨੇ ਉਸ ਸਮੇਂ ਕੋਲ ਠਹਿਰਾਏ ਸੀ ਅਤੇ ਇਹ ਵੀ ਆਗਿਆ ਕੀਤੀ ਸੀ ਕਿ ਸਾਡੇ ਤੋਂ ਬਾਅਦ ਰਸਮੀ ਤੌਰ 'ਤੇ ਸੰਗਤ ਵਿੱਚ ਇਹ ਸਾਰੀ ਮਰਿਆਦਾ ਨਿਭਾਉਣੀ। ਜਦੋਂ ਸਤਿਗੁਰੂ ਜੀ ਨੇ ਆਗਿਆ ਕੀਤੀ ਬਾਬਾ ਬੁੱਢਾ ਸਾਹਿਬ ਜੀ ਨੂੰ ਕਿ ਅਸੀਂ ਗੁਰਿਆਈ ਦੀ ਰਸਮ ਕਰਨੀ ਹੈ ਤੇ ਸਾਰੀ ਸਮੱਗਰੀ ਜਿਹੜੀ ਉਹ ਲਿਆਂਦੀ ਜਾਵੇ, ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਜਾਵੇ। ਸਤਿਗੁਰੂ ਜੀ ਨੇ ਜਦੋਂ ਇਹ ਬਚਨ ਕੀਤੇ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਸਤਿਗੁਰੂ ਜੀ ਇਹ ਰਸਮ ਉਦੋਂ ਕਰਦੇ ਜਦੋਂ ਆਪ ਜੋਤੀ ਜੋਤ ਸਮਾਉਣਾ ਹੁੰਦਾ। ਮਹਾਰਾਜ ਆਪ ਤਾਂ ਅਜੇ ਸਿੱਖ ਸੰਗਤਾਂ ਦੀ ਕਲਿਆਣ ਕਰੋ ਗਰੀਬ ਨਵਾਜ, ਇਹ ਰਸਮ ਆਪ ਪਹਿਲਾਂ ਕਿਉਂ ਕਰਨਾ ਚਾਹੁੰਦੇ ਹੋ। ਤੇ ਸਤਿਗੁਰਾਂ ਜੀ ਨੇ ਇਹ ਵਾਕ ਕਹੇ ਸੀ, ਬਾਬਾ ਬੁੱਢਾ ਸਾਹਿਬ ਆਪ ਭਲੀ ਭਾਂਤ ਸਭ ਕੁਝ ਜਾਣਦੇ ਹੋ। ਇਸ ਤਰ੍ਹਾਂ ਜਦੋਂ ਸਤਿਗੁਰਾਂ ਜੀ ਨੇ ਵਾਕ ਕਹੇ ਫਿਰ ਕੋਈ ਪ੍ਰਸ਼ਨ ਬਾਬਾ ਬੁੱਢਾ ਸਾਹਿਬ ਨਹੀਂ ਕਿਹਾ। ਸਤਿਗੁਰਾਂ ਜੀ ਦੀ ਆਗਿਆ ਵਿੱਚ ਦੇਗ ਤਿਆਰ ਹੋਈ, ਸਾਰੀ ਸਮੱਗਰੀ ਲਿਆਂਦੀ ਗਈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮਹਾਰਾਜ ਜੀ ਨੇ ਆਪਣੇ ਥਾਵੇਂ ਤਖਤ ਦੇ ਉੱਪਰ ਬਿਠਾਉਣਾ ਕੀਤਾ ਅਤੇ ਬਾਬਾ ਬੁੱਢਾ ਸਾਹਿਬ ਤੋਂ ਸਤਿਗੁਰਾਂ ਜੀ ਨੇ ਗੁਰਿਆਈ ਦਾ ਤਿਲਕ ਸੀਸ ਦੇ ਉੱਤੇ ਕਢਵਾਇਆ। ਮਹਾਰਾਜ ਜੀ ਨੇ ਪਰਿਕਰਮਾ ਕੀਤੀਆਂ ਅਤੇ ਆਪਣੀ ਜੋਤ ਸਤਿਗੁਰਾਂ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਦਰ ਮਹਾਰਾਜ ਜੀ ਨੇ ਧਰਨਾ ਕੀਤੀ, ਮੱਥਾ ਟੇਕਿਆ। ਛੇਵਾਂ ਸਤਿਗੁਰੂ ਜੀ ਨੇ ਸਰੂਪ ਜਿਹੜਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਰੂਪ ਵਿੱਚ ਧਾਰਨਾ ਕੀਤਾ। ਇਹ ਜਦੋਂ ਸੱਚੇ ਪਾਤਸ਼ਾਹ ਮਹਾਰਾਜ ਰਸਮ ਕਰ ਦਿੱਤੀ ਤਾਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਬਤ ਜਿਹੜੇ ਉਸ ਸਮੇਂ ਸਿੱਖ ਕੋਲ ਸਨ, ਉਹ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਆਗਿਆ ਮੁਤਾਬਕ ਕਿ ਜਦੋਂ ਸਾਡੀ ਸ਼ਹਾਦਤ ਹੋਵੇ ਉਦੋਂ ਤੁਸੀਂ ਇਸ ਗੱਲ ਨੂੰ ਜ਼ਾਹਰ ਕਰਨਾ। ਇਹ ਮਹਾਰਾਜ ਜੀ ਨੇ ਪਹਿਲਾਂ ਹੀ ਸਤਿਗੁਰਾਂ ਜੀ ਨੇ ਸਾਰੇ ਬਚਨ ਕਹਿ ਦਿੱਤੇ। ਜਦੋਂ ਸਤਿਗੁਰੂ ਜੀ ਨੇ ਫਿਰ ਤਿਆਰਾ ਕੀਤਾ ਹੈ ਲਾਹੌਰ ਦੇ ਜਾਣ ਵਾਸਤੇ, ਇਹ ਮਹਾਰਾਜ ਜੀ ਦਾ ਜਦੋਂ ਸ਼ਹੀਦੀ ਪੁਰਬ ਆਵੇਗਾ ਉਸ ਦਿਨ ਆਪਾਂ ਸਰਵਣ ਕਰਾਂਗੇ। ਸਤਿਗੁਰੂ ਜੀ ਜਿਵੇਂ ਫਿਰ ਲਾਹੌਰ ਦੇ ਅੰਦਰ ਮਹਾਰਾਜ ਜੀ ਸ਼ਹਾਦਤ ਦਾ ਜਾਮ ਪੀਂਦੇ ਹੈ, ਇਹ ਸਾਰਾ ਇਤਿਹਾਸ ਮਹਾਰਾਜ ਜੀ ਦੇ ਸ਼ਹੀਦੀ ਪੁਰਬ 'ਤੇ ਆਪਾਂ ਸਰਵਣ ਕਰਾਂਗੇ। ਜਦੋਂ ਸਤਿਗੁਰੂ ਜੀ ਦਾ ਸ਼ਹੀਦੀ ਦਾ ਸੰਦੇਸ਼ ਪੰਜੇ ਹੀ ਸਿੱਖ ਲੈ ਕੇ ਅੰਮ੍ਰਿਤਸਰ ਸਾਹਿਬ ਆਏ ਸੀਗੇ, ਮਹਾਰਾਜ ਇਤਿਹਾਸ ਜ਼ਿਕਰ ਕਰਦਾ ਉਦੋਂ 68 ਘਾਟ ਦੇ ਉੱਤੇ ਮਹਾਰਾਜ ਜੀ ਜਿੱਥੇ ਬੈਠ ਕੇ ਜਿਸ ਸੰਗੇ ਮਰਮਰ ਦਾ ਜਿੱਥੇ ਚਬੂਤਰਾ ਬਣਿਆ, ਪਾਲਕੀ ਸਾਹਿਬ ਬਣੀ ਹੈ, ਇੱਥੇ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਬੈਠ ਕੇ ਹਜ਼ੂਰ ਸੇਵਾ ਕਰਾਇਆ ਕਰਦੇ ਸੀ। ਮਹਾਰਾਜ ਆਪ ਉੱਥੇ ਸਜੇ ਹੋਏ ਹੈ ਤੇ ਸੰਗਤਾਂ ਹਨ ਸੁਆਇਆ ਕੋਲ ਬੈਠੀਆਂ। ਉਸ ਸਮੇਂ ਪੰਜਾਂ ਸਿੱਖਾਂ ਨੇ ਆ ਕੇ ਸਤਿਗੁਰੂ ਜੀ ਦੇ ਕੋਲ
ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੀ ਸ਼ਹਾਦਤ ਦੀ ਖਬਰ ਸੁਣਾਈ ਸੀ। ਸੱਚੇ ਪਾਤਸ਼ਾਹ ਜੀ ਮਹਾਰਾਜ ਸੁਣ ਕਰਕੇ ਗਰੀਬ ਨਵਾਜ ਜੀ ਗੰਭੀਰ ਹੋਏ ਤੇ ਘਰ ਵਿੱਚ ਵੀ ਇਸ ਖਬਰ ਦਾ ਪਤਾ ਲੱਗਾ। ਸਤਿਗੁਰਾਂ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਆਗਿਆ ਕੀਤੀ ਕਿ ਕਿਸੇ ਨੂੰ ਵੀ ਬੈਰਾਗ ਕਰਨ ਤੋਂ ਤੁਸੀਂ ਆਪ ਕਿਰਪਾ ਕਰਕੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ ਸਿਧਾਂਤ ਦੱਸ ਕੇ ਤੇ ਬੈਰਾਗ ਕਰਨ ਤੋਂ ਹਟਾਓ। ਬਾਬਾ ਬੁੱਢਾ ਸਾਹਿਬ ਜੀ ਨੇ ਸਭ ਨੂੰ ਸਿੱਖਿਆ ਦ੍ਰਿੜਾਈ। ਸੰਸਾਰ ਦੀ ਗਤਾਗਤੀ ਗੁਰੂ ਮਹਾਰਾਜ ਨੇ ਜਿਵੇਂ ਆਪਣੀ ਬਾਣੀ ਵਿੱਚ ਦੱਸੀ ਹੈ, ਆਪ ਬਾਬਾ ਬੁੱਢਾ ਸਾਹਿਬ ਨੇ ਉਸ ਉਪਦੇਸ਼ ਨੂੰ ਘਰ ਵਿੱਚ ਜਿਹੜਾ ਸੀ ਉਹ ਦ੍ਰਿੜ ਕਰਵਾਇਆ। ਫਿਰ ਮਹਾਰਾਜ ਜੀ ਦਾ ਜਿਹੜਾ ਗੁਰਿਆਈ ਦਾ ਜੋ ਆਪਾਂ ਦਿਹਾੜਾ ਮਨਾ ਰਹੇ ਹਾਂ, ਇਹ ਸਤਿਗੁਰਾਂ ਦੀ ਸ਼ਹਾਦਤ ਤੋਂ ਬਾਅਦ ਫਿਰ ਜੋ ਰਸਮੀ ਤੌਰ 'ਤੇ ਸੱਚੇ ਪਾਤਸ਼ਾਹ ਮਹਾਰਾਜ ਇਹ ਸਾਰੀ ਭਾਵੇਂ ਗਰੀਬ ਨਵਾਜ ਜੀ ਮਰਿਆਦਾ ਨਿਭਾ ਗਏ ਸੀਗੇ, ਪਰ ਆਗਿਆ ਕੀਤੀ ਸੀ ਕਿ ਜਦੋਂ ਸਾਡੇ ਸ਼ਹੀਦ ਹੋਣ ਦੀ ਖਬਰ ਮਿਲੇ ਉਦੋਂ ਫਿਰ ਵੱਡਾ ਇਕੱਠ ਕਰਕੇ ਸੰਗਤਾਂ ਦੇ ਅੰਦਰ ਪ੍ਰਤੱਖ ਰੂਪ ਵਿੱਚ ਸਾਡੇ ਸਾਹਿਬਜ਼ਾਦੇ ਨੂੰ ਇਹ ਰਸਮ ਕਰ ਦੇਣੀ। ਤੇ ਬਾਬਾ ਬੁੱਢਾ ਸਾਹਿਬ ਮਹਾਰਾਜ ਦੀ ਉਸ ਆਗਿਆ ਮੁਤਾਬਕ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਤੇ ਸਮੇਂ ਬੇਨਤੀ ਕੀਤੀ, ਮਹਾਰਾਜ ਆਪ ਜੀ ਦੇ ਪਿਤਾ ਸਤਿਗੁਰੂ ਜੀ ਦੀ ਜਿਵੇਂ ਆਗਿਆ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਤੇ ਸਮੇਂ ਆਖਿਆ ਕਿ ਬਾਬਾ ਬੁੱਢਾ ਸਾਹਿਬ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਆਪ ਪਾਠ ਕਰੋ। ਪਿਤਾ ਜੀ ਸ਼ਹੀਦ ਹੋਏ ਹੈ, ਇਹ ਪਾਠ ਬਾਬਾ ਬੁੱਢਾ ਸਾਹਿਬ ਜੀ ਨੇ ਆਪ ਕੀਤਾ। ਤੇ ਪਹਿਲਾ ਅਖੰਡ ਜਾਪ ਜਿਹੜਾ ਹੋਇਆ ਸਤਿਗੁਰੂ ਜੀ ਦੀ ਧੁਰ ਕੀ ਬਾਣੀ ਦਾ, ਉਹਦਾ ਜ਼ਿਕਰ ਤਾਂ ਤਰਬੇਣੀ ਦੇ ਅਸਥਾਨ 'ਤੇ ਜਦੋਂ ਪੰਥਵਾਲੀ ਸਤਿਗੁਰੂ ਜੀ ਦਾ ਆਗਮਨ ਸੀਗਾ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਰਵਾਇਆ ਸੀ। ਤੇ ਇਹ ਜਿਵੇਂ ਗੁਰਸਿੱਖ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਹਿਜ ਪਾਠ ਕਰਦੇ ਆ ਪਵਿੱਤਰ ਬਾਣੀ ਦਾ, ਇਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ 'ਤੇ ਸਤਿਗੁਰਾਂ ਜੀ ਨੇ ਬਾਣੀ ਦਾ ਪਾਠ ਕੀਤਾ ਅਤੇ ਜਿਸ ਦਿਨ ਸੰਪੂਰਨਤਾ ਹੋਈ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਬਹੁਤ ਰੇਸ਼ਮੀ ਦੁਸ਼ਾਲਾ ਹੋਰ ਕੀਮਤੀ ਵਸਤਾਂ ਬਾਬਾ ਬੁੱਢਾ ਸਾਹਿਬ ਨੂੰ ਸਿਰੋਪਾਓ ਵਜੋਂ ਭੇਟ ਕਰਨ ਲੱਗੇ ਜਦੋਂ, ਤੇ ਬਾਬਾ ਬੁੱਢਾ ਸਾਹਿਬ ਨੇ ਆਖਿਆ, ਮਹਾਰਾਜ ਮੈਂ ਤਾਂ ਆਪ ਜੀ ਦੇ ਘਰ ਦਾ ਕੂਕਰ ਹਾਂ, ਸੇਵਾਦਾਰ ਹਾਂ, ਸੇਵਾਦਾਰ ਦਾ ਐਡਾ ਵੱਡਾ ਆਪ ਜੀ ਮਾਣ ਕਰ ਰਹੇ ਹੋ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਆਖਿਆ, ਬਾਬਾ ਬੁੱਢਾ ਸਾਹਿਬ ਜੀ ਇਹ ਅਸੀਂ ਆਪਣੇ ਘਰ ਦੀ ਮਰਿਆਦਾ ਤੋੜ ਰਹੇ ਹਾਂ ਤੇ ਸਿੱਖਾਂ ਨੂੰ ਆਗਿਆ ਕਰ ਰਹੇ ਹਾਂ ਕਿ ਜਦੋਂ ਭਾਵਨਾ ਸਹਿਤ ਸਿੱਖ ਬਾਣੀ ਪੜ੍ਹਨਗੇ, ਉਹਨਾਂ ਦਾ ਜੀ ਲਾ ਕੇ ਜਦੋਂ ਤੁਸੀਂ ਅਦਬ ਕਰੋਗੇ, ਸਿਰੋਪਾਓ ਭੇਟ ਕਰੋਗੇ, ਨਿਮਰਤਾ ਦੇ ਬੋਲ ਕਹੋਗੇ, ਉਹ ਪੜ੍ਹੀ ਹੋਈ ਬਾਣੀ ਦਾ ਫਲ ਅਤੇ ਕੀਤੀ ਹੋਈ ਸੇਵਾ ਦਾ ਮਹਾਤਮ ਉਹ ਸਾਰਾ ਕੁਝ ਤੁਹਾਨੂੰ ਪ੍ਰਾਪਤ ਹੋਵੇਗਾ। ਇਹ ਫਿਰ ਸਤਿਗੁਰਾਂ ਜੀ ਨੇ ਸੁੰਦਰ ਦੁਸ਼ਾਲਾ ਬਹੁਤ ਕੀਮਤੀ ਵਸਤਾਂ ਬਾਬਾ ਬੁੱਢਾ ਸਾਹਿਬ ਨੂੰ ਭੇਟ ਕੀਤੀਆਂ। ਗੁਰੂ ਸਾਹਿਬ ਦੇ ਕੋਲੋਂ ਬਾਬਾ ਬੁੱਢਾ ਸਾਹਿਬ ਨੇ ਵਸਤਾਂ ਪ੍ਰਾਪਤ ਕੀਤੀਆਂ। ਫਿਰ ਜਿੱਥੇ ਮਹਾਰਾਜ ਜੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ ਹੈ, ਇੱਥੇ ਦੀਵਾਨ ਸਜਾਇਆ ਗਿਆ। ਬਾਬਾ ਬੁੱਢਾ ਸਾਹਿਬ ਜੀ ਦੀ ਆਗਿਆ ਨਾਲ ਸਭ ਥਾਵਾਂ 'ਤੇ ਜਿਹੜੇ ਸੀ ਉਹ ਸੁਨੇਹੇ ਭੇਜੇ ਗਏ, ਹੁਕਮਨਾਮੇ ਸਾਹਿਬ ਜਾਰੀ ਹੋਏ, ਬਹੁਤ ਵੱਡਾ ਇਕੱਠ ਜਿਹੜਾ ਸੀ ਉਹ ਕੀਤਾ ਗਿਆ। ਤੇ ਇੱਥੇ ਸਜੇ ਹੋਏ ਦੀਵਾਨ ਦੇ ਅੰਦਰ ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਜਿਵੇਂ ਗੁਰੂ ਅਰਜਨ ਸਾਹਿਬ ਆਗਿਆ ਕੀਤੀ ਸੀਗੀ ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਿਆਈ ਦਾ ਤਿਲਕ ਮਸਤਕ ਤੇ ਦੇਣਾ ਕੀਤਾ। ਜਿਹੜੀ ਵੱਡਿਆਂ ਸਤਿਗੁਰਾਂ ਤੋਂ ਚਲੀ ਆਉਂਦੀ ਹੋਈ ਮਰਿਆਦਾ ਸੀ, ਮੰਜੀ ਸਾਹਿਬ ਇੱਕ ਮਾਲਾ, ਇਉਂ ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਅੱਗੇ ਗੁਰਿਆਈ ਤਖਤ ਤੇ ਬੈਠਦੇ ਤਾਂ ਉਹ ਧਾਰਨ ਕਰਦੇ।
सच्चे पातशाह महाराज ने उस समय जुड़ी वड्डियां सतगुरां तो चली आउंदी मर्यादा सी। महाराज साहब जी उस समय 11 साल की आयु सी गुरु हरगोबिंद साहब सच्चे पातशाह जी महाराज की। तो सतगुरां जी ने उस समय तखत तो उठ के ते उस मंजी साहब जी नूं अते माला नूं सतगुरु पातशाह जी महाराज ने नमस्कार कीती अते सच्चे पातशाह जी महाराज ने कहा कि बाबा बुढ़ा साहब जी ये हुण तोशे खाने में सतगुरां जी दीयां पवित्र बख्शिशां जान के जमा कर दिओ। हुण असीं केवल माला धारण करके तखत ते नहीं बैठांगे, शस्त्र धारण करके तखत ते सजांगे। ते समय सतगुरां जी ने 2 खड़ग अपने गात्रे महाराज जी ने धारण कीते, जो एक मीरी दा अते एक पीरी दा प्रतीक सतगुरां जी ने धारण कीता। इउं कई इतिहास नूं चंगी तरह नहीं वेखदे जां वाचदे ते पूरे गुरु साहब जी नूं जां बाबा बुढ़ा साहब नूं अखे कहंदे गलती लग गई, वो एक कृपान पुठे पासे पै गई बाबा बुढ़ा साहब तो। ते फिर महाराज ने कहा ये लाओ ना हुण दूजी भी पा दिओ। सच्चे पातशाह महाराज ने वो नहीं, आप सतगुरां जी ने 2 खड़ग जिहड़े सी वो धारण कीते सी, एक मीरी दा एक पीरी दा। 2 तलवारां बद्धियां, एक मीरी दी एक पीरी दी। ये सच्चे पातशाह जी महाराज ने जदों ये सारी रस्म हुई है, बाबा बुढ़ा साहब ने आप जी दे मस्तक दे उत्ते तिलक लाया है, तो फिर सतगुरु जी शाही कलगी तोड़ा पहन के महाराज तखत ते बैठे है सच्चे पातशाह। तो गरीब नवाज सच्चे पातशाह जी नूं जदों ये सारी रस्म हो गई तो सतगुरां जी ने फिर जिहड़े 5 सिख लाहौरों आके जिन्ना खबर सुनाई सी, बाबा बिधि चंद जी, भाई जेठा, भाई लंगा, भाई पैड़ा, इउं भाई पुराणा, ये सिख सीगे उस समय। ते सच्चे पातशाह जी महाराज ने भाई पुराणे नूं संबोधन हो के महाराज जी ने आख्या, भाई पुराणा जिवें पिता सतगुरु जी की शहादत हुई सीगी, तुसां जो कुछ उस समय अखां नाल वेखिया वो संगत विच बयान करो। जदों महाराज तखत ते बैठे है, जिस दिन महाराज गुरियाई तखत ते विराजमान होए है, सतगुरां जी दा अज गुरता गद्दी ते बैठण दा दिन है। महाराज गुरु हरगोबिंद साहब सच्चे पातशाह जी जदों ये आग्या कीती ते फिर भाई पुराणा जी उठ के गुरु अर्जन देव सच्चे पातशाह महाराज जिवें शहीद होए, जो कुछ पापी चंदू ने कह रटाया वो सारा कुछ भाई पुराणा जी बयान करन लगे। गुरु हरगोबिंद साहब सच्चे पातशाह महाराज आई हुई संगत दे वल तक रहे सी। गुरु अर्जन देव सच्चे पातशाह महाराज का शहीद होना, इन्नी ज़्यादा जालम ढंग नाल सतगुरां जी नूं शहीद करना, ते सतगुरु पातशाह महाराज सिखां दे इष्ट देव हन। सुभाविक सी कि सिखां दे मन उस समय भयभीत हो गए सी, ते क्योंकि महाराज सच्चे पातशाह जी ने फिर जे ये उद्यम ना महाराज कर दे, ये बख्शिश ना कर दे, तो शायद जालमां दे उस डर दे साए थले ही सारा कुछ रहिंदा। सच्चे पातशाह महाराज जालमां दे डर दे साए थलों अपनी सिक्खी नूं महाराज ने बाहर कढ़िया। आज़ाद करना सी सच्चे पातशाह महाराज ने, तां करके सिखां दे सहमे हुए चेहरिਆਂ ਵੱਲ महाराज वेख रहे सी। ते गरीब नवाज सतगुरां जी दे हजूर भाई पुराणा जी जदों सतगुरां दी शहादत नूं बयान करदे हुए जो ये सारी विथया भाई पुराणा जी ने सतगुरां दे हजूर कही, जदों महाराज सच्चे पातशाह जी की शहादत नूं दसदियां होया भाई पुराणा जी ये वाक कह रहे सी कि सतगुरु जी दे सहारे शरीर ते फलूहे बन गए। जालम इस पापी ने महाराज दे शीश ते अंगियारा वर्गा रेता पाया, सतगुरु जी नूं तत्ती तवी ते बिठाया। महाराज दीयां पिंजड़ियां वालियां हड्डियां नज़र आउण लग पईयां।
ਇਉਂ ਜਦੋਂ ਭਾਈ ਪੁਰਾਣੇ ਨੇ ਆਖਿਆ ਤੇ ਕਵੀ ਭਾਈ ਸੰਤੋਖ ਸਿੰਘ ਜੀ ਨੇ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਲਿਖਿਆ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੋਸ਼ ਨਾਲ ਡੌਲੇ ਫੜਕਣ ਲੱਗ ਪਏ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪ੍ਰਵੱਟੇ ਕਮਾਨ ਵਾਂਗ ਚੜ੍ਹ ਗਏ ਤੇ ਬੱਦਲ ਦੀ ਤਰ੍ਹਾਂ ਗਰਜਵੀਂ ਆਵਾਜ਼ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਉਸ ਸਮੇਂ ਭਰੇ ਦੀਵਾਨ ਵਿੱਚ ਬੋਲੇ ਮਹਾਰਾਜ, ਤੇ ਸਤਿਗੁਰੂ ਜੀ ਤਖਤ ਤੋਂ ਉੱਠ ਗਏ। ਦੋਵੇਂ ਭੁਜਾਵਾਂ ਮਹਾਰਾਜ ਨੇ ਉੱਪਰ ਕੀਤੀਆਂ। ਸਿੱਖਾਂ ਦਾ ਡਰ ਤੇ ਸਹਿਮ ਨਾਸ਼ ਕਰਨ ਲਈ ਮਹਾਰਾਜ ਨੇ ਫਿਰ ਉਸ ਗੰਭੀਰ ਧੁਨੀ ਵਿੱਚ ਕਿਹਾ, ਜਿਸ ਜ਼ਾਲਮ ਨੇ ਸਾਡੇ ਪਿਤਾ ਸਤਿਗੁਰੂ ਨੂੰ ਸ਼ਹੀਦ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਿਸ਼ੇਸ਼ ਕਰਕੇ ਜੋ ਬਚਨ ਕਹੇ ਕਵੀ ਰਾਜ ਨੇ ਉੱਥੇ ਅੰਕਿਤ ਕੀਤੇ ਹੈ ਕਿ ਵੇਸਵਾ, ਜਾਮੀ, ਚੋਰ, ਯਾਰ, ਠੱਗ ਇਤਿਆਦਿਕ ਕਰਮ ਕਰਨ ਤੋਂ, ਜਿਹੜੇ ਪਾਪ ਕਰਨ ਤੋਂ ਸਜ਼ਾ ਲੱਗਦੀ ਹੈ, ਉਹ ਸਾਰੀ ਸਜ਼ਾ ਸਾਨੂੰ ਮਿਲੇ ਜੇ ਅਸੀਂ ਆਪਣੇ ਪਿਤਾ ਸਤਿਗੁਰੂ ਦੀ ਸ਼ਹਾਦਤ ਦਾ ਬਦਲਾ ਨਾ ਲਈਏ। ਤਾਂ ਸਤਿਗੁਰੂ ਜੀ ਨੇ ਬਹੁਤ ਗੰਭੀਰ ਧੁਨੀ ਵਿੱਚ ਇਹ ਆਵਾਜ਼ ਦੇ ਕੇ ਗਰਜਵੀਂ ਆਵਾਜ਼ ਵਿੱਚ ਮਹਾਰਾਜ ਜੀ ਨੇ ਸ਼ਬਦ ਕਹੇ, ਉਸ ਪਾਪੀ ਦੀ ਨੱਕ ਵਿੱਚ ਨਕੇਲ ਪਾਵਾਂਗੇ। ਇਹ ਸੱਚੇ ਪਾਤਸ਼ਾਹ ਦੇ ਬਚਨ ਕਹਿਣ ਤੋਂ ਸਿੱਖਾਂ ਦੇ ਅੰਦਰ ਤੇ ਸਮੇਂ ਜਿਹੜਾ ਡਰ ਤੇ ਸਹਿਮ ਸੀ, ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਕਹਿਣ ਤੋਂ ਨਾਸ਼ ਹੋਇਆ। ਸਿੱਖਾਂ ਦੇ ਅੰਦਰ ਇੱਕ ਆਸ ਦੀ ਕਿਰਨ ਪੈਦਾ ਕਰ ਦਿੱਤੀ ਮਹਾਰਾਜ ਜੀ ਨੇ। ਜਿਹੜੇ ਕਾਇਰ ਸੀ ਉਹ ਡਰ ਗਏ, ਭਾਵੇਂ ਕਿ ਮਾਤਾ ਗੰਗਾ ਜੀ ਨੂੰ ਵੀ ਜਾ ਕਰਕੇ ਮਸੰਦਾ ਨੇ ਕਿਹਾ ਸੀ ਕਿ ਮਹਾਰਾਜ ਦੀ ਉਮਰ ਅਜੇ ਛੋਟੀ ਹੈ, ਜਵਾਨੀ ਦੀ ਅਵਸਥਾ ਹੈ, ਜੋਸ਼ ਵਿੱਚ ਇਹ ਕਹਿ ਦਿੱਤਾ ਹੈ ਤੇ ਇੱਥੋਂ ਦੇ ਸੂਈਏ ਗੁਪਤਚਰ ਬਾਦਸ਼ਾਹ ਕੋਲ, ਦੀਵਾਨ ਚੰਦੂ ਕੋਲ ਸਾਰੀਆਂ ਖਬਰਾਂ ਪਹੁੰਚਾਉਣਗੇ। ਮਾਤਾ ਜੀ, ਤੁਹਾਨੂੰ ਸਾਹਿਬਜ਼ਾਦੇ ਨੂੰ ਸਮਝਾਉਣਾ ਚਾਹੀਦਾ ਕਿ ਇਸ ਤਰ੍ਹਾਂ ਦੇ ਬੋਲ ਨਹੀਂ ਕਹਿਣੇ ਚਾਹੀਦੇ। ਗੁਰੂ ਸਾਹਿਬ ਜੀ ਸ਼ਹੀਦ ਹੋ ਚੁੱਕੇ ਹੈ, ਸਾਨੂੰ ਕਿਸੇ ਤਰ੍ਹਾਂ ਇਹ ਜਿਹੜਾ ਗੁਰੂ ਘਰ ਦਾ ਵਿਹਾਰ ਉਹ ਚੱਲਦਾ ਰੱਖਣਾ ਚਾਹੀਦਾ ਹੈ। ਬੜੀਆਂ ਗੱਲਾਂ ਮਸੰਦਾ ਨੇ ਕਹੀਆਂ ਤੇ ਸਤਿਗੁਰੂ ਜੀ ਜਿਸ ਦਿਨ ਗੁਰਿਆਈ ਤੇ ਤਖਤ ਦੇ ਉੱਪਰ ਵਿਰਾਜਮਾਨ ਹੋਏ, ਇਹ ਸਾਰੀਆਂ ਰਸਮਾਂ ਜਦੋਂ ਪੂਰੀਆਂ ਹੋਈਆਂ, ਸੱਚੇ ਪਾਤਸ਼ਾਹ ਨੇ ਆਈ ਹੋਈ ਸਿੱਖੀ ਨੂੰ ਉਪਦੇਸ਼ ਦਿੱਤਾ। ਸਿੱਖਾਂ ਦੇ ਮਨ ਅੰਦਰ ਮਹਾਰਾਜ ਜੀ ਨੇ ਜਿਹੜਾ ਸੀ ਜੋਸ਼ ਦਾ ਜਜ਼ਬਾ ਭਰ ਦਿੱਤਾ ਗਰੀਬ ਨਵਾਜ਼ ਜੀ ਨੇ, ਤੇ ਉਦੋਂ ਹੀ ਆਗਿਆ ਕੀਤੀ ਸੀ ਤਖਤ ਤੇ ਬੈਠ ਕੇ ਫਿਰ ਮਹਾਰਾਜ ਜੀ ਨੇ ਕਿ ਭਾਈ ਜਿਹੜਾ ਸਿੱਖ ਸਾਨੂੰ ਸੋਹਣੇ ਸ਼ਸਤਰ ਭੇਟ ਕਰੇਗਾ ਅਤੇ ਸੋਹਣੇ ਘੋੜੇ ਭੇਟ ਕਰੇਗਾ ਅਤੇ ਜਿਹੜਾ ਆਪਣੀ ਜਵਾਨੀ ਸਾਨੂੰ ਆ ਕੇ ਭੇਟ ਕਰੇਗਾ, ਉਹਦੇ ਤੇ ਸਾਡੀ ਬੇਅੰਤ ਖੁਸ਼ੀ ਹੈ। ਤੇ ਗੁਰੂ ਸਾਹਿਬ ਜੀ ਨੇ ਫਿਰ ਜਿਹੜੀ ਸੀ ਜੜਤਾ ਨਾਸ਼ ਕਰਨ ਲਈ ਨੱਥਾ ਤੇ ਅਬਦੁੱਲਾ ਨੂੰ ਮਹਾਰਾਜ ਜੀ ਨੇ ਢਾਡੀ ਵਾਰਾਂ ਗਾਇਨ ਕਰਨ ਦੀ ਆਗਿਆ ਕੀਤੀ। ਸਤਿਗੁਰੂ ਜੀ ਤਖਤ ਸਜਾ ਕੇ ਜਦੋਂ ਬੈਠਦੇ ਮਹਾਰਾਜ ਦੇ ਹਜ਼ੂਰ, ਉਹ ਵਾਰਾਂ ਦਾ ਗਾਇਨ ਹੁੰਦਾ, ਜਿਹਨੂੰ ਸੁਣ ਸੁਣ ਕੇ ਸੂਰਮਿਆਂ ਦੇ ਅੰਦਰ ਫਿਰ ਵੀਰ ਰਸ ਅੰਗੜਾਈਆਂ ਲੈਂਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜੀ ਭਾਰੀ ਫਿਰ ਫੌਜ ਜਿਹੜੀ ਸੀ ਸਿੱਖਾਂ ਦੀ ਤਿਆਰ ਕੀਤੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਇਹ ਆਗਿਆ ਕਰਕੇ ਜਿਹੜੇ ਸਤਿਗੁਰਾਂ ਜੀ ਨੇ ਵਿਸ਼ੇਸ਼ ਹੁਕਮ ਜਿਹੜੇ ਸੀ ਜਾਰੀ ਕਰਨੇ ਸੀ, ਸੰਗਤ ਨੂੰ ਸੰਬੋਧਨ ਕਰਕੇ ਆਈ ਸਿੱਖੀ ਨੂੰ ਉਪਦੇਸ਼ ਦੇ ਕੇ ਮਹਾਰਾਜ ਜਦੋਂ ਘਰ ਆਏ ਸੀ ਤੇ ਮਾਤਾ ਜੀ ਨੇ ਬੜੀ ਚਿੰਤਾ ਸਹਿਤ ਮਸੰਦਾ ਦੀਆਂ ਕਈਆਂ ਹੋਈਆਂ ਬੇਨਤੀਆਂ ਮਹਾਰਾਜ ਨੂੰ ਸੁਣਾਈਆਂ ਕਿ ਮਹਾਰਾਜ ਇਉਂ ਮਸੰਦਾ ਨੇ ਜਿਹੜਾ ਹੈ ਉਹ ਇਤਰਾਜ਼ ਜਤਾਇਆ ਹੈ। ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ, ਮਾਤਾ ਜੀ ਇਹ ਕਾਇਰ ਹਨ, ਡਰਪੋਕ ਹਨ। ਉਹ ਦਿਨ ਆਵੇਗਾ ਜਿਸ ਦਿਨ ਉਸ ਪਾਪੀ ਦੀ ਨੱਕ ਵਿੱਚ ਨੱਥ ਪਾ ਕੇ ਉਹਨੂੰ ਇੱਥੇ ਲਾਹੌਰ ਲਿਆਵਾਂਗੇ। ਜਿਸ ਨੇ ਸਾਡੇ ਸਤਿਗੁਰੂ ਪਿਤਾ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ, ਉਦੋਂ ਅਸੀਂ ਇਹ ਸਜ਼ਾ ਜ਼ਰੂਰ ਦੇਵਾਂਗੇ ਤੇ ਉਹ ਦਿਨ ਆਵੇਗਾ। ਇਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਾਤਾ ਜੀ ਦੇ ਪੁੱਛਣ ਤੋਂ ਸਤਿਗੁਰਾਂ ਜੀ ਨੇ ਵਾਕ ਕਹੇ। ਅੱਜ ਸਤਿਗੁਰੂ ਜੀ ਦਾ ਸ਼ਹੀਦੀ ਗੁਰਪੁਰਬ ਹੈ, ਵਾਹਿਗੁਰੂ ਮਹਾਰਾਜ ਜੀ ਦਾ ਗੁਰਤਾ ਗੱਦੀ ਗੁਰਪੁਰਬ ਹੈ, ਸ਼ਹੀਦੀ ਪੁਰਬ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਹੁਣ ਅੱਗੇ ਆਵੇਗਾ। ਤੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਹਾਰਾਜ ਆਪ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਗੁਰਿਆਈ ਦੀ ਰਸਮ ਕੀਤੀ ਸੀ। ਉਹ
महाराज जी का पुरब होने करके अज बहुत उत्साह नाल बड़े प्यार नाल संगतां महाराज सच्चे पातशाह जी का ये गुरता गद्दी ते बैठण का दिन मना रही हैं। सचखंड श्री हरमंदर साहिब जी के अंदर अज जिहड़ा है वो जलौ लगदा है। अमृत वेले तो भावें भारत के अंदर तो अज दे दिन की शाम है, तो सच्चे पातशाह जी महाराज जी दे गुरता दे बैठण ते आप सब संगतां नूं बहुत बहुत वधाइयां होण। गरीब नवाज सच्चे पातशाह महाराज ने साडे ते रहमत करके बख्शिश करके गरीब नवाज सच्चे पातशाह जी ने अणख ते गैरत दी दात महाराज जी ने बख्शिश की। तो कल्लू घारे दा